ਅੱਗੇ ਪੜ੍ਹਦੇ ਹਾਂ ਜੀ। ਬੁੱਧ ਦੀਆਂ ਸਿੱਖਿਆਵਾਂ, ਟੀਚਿੰਗਸ ਆਫ ਤਥਾਗਤ ਬੁੱਧ। ਕਿਹੜੀਆਂ ਸਿੱਖਿਆਵਾਂ? ਅਸੀਂ ਬੁੱਧ ਦੀਆਂ ਸਿੱਖਿਆਵਾਂ ਨੂੰ 4 ਮਹਾਨ ਸੱਚਾਂ ਵਿੱਚ ਵੰਡ ਸਕਦੇ ਹਾਂ। ਬੇਸਿਕਲੀ ਕਿਹਾ ਜਾਂਦਾ ਹੈ ਕਿ 4 ਨੋਬਲ ਟਰੁਥਸ, 4 ਮਹਾਨ ਸੱਚ। ਇਹ ਪ੍ਰਸ਼ਨ ਆਏ ਹੋਏ ਆ ਜੀ ਕਿ ਬੁੱਧ ਦੀਆਂ 4 ਮਹਾਨ ਸੱਚ ਕੀ ਸੀ। 4 ਨੋਬਲ ਟਰੁਥ। ਉਹਨਾਂ ਨੇ ਨਹੀਂ ਕਿਹਾ ਕਿ ਇਹ 4 ਨੋਬਲ ਟਰੁਥ ਆ, ਉਹਨਾਂ ਦੀਆਂ ਸਿੱਖਿਆਵਾਂ ਨੂੰ ਅਸੀਂ ਆਪਣੇ ਹਿਸਾਬ ਨਾਲ 4 ਮਹਾਨ ਸੱਚਾਂ ਵਿੱਚ ਵੰਡ ਸਕਦੇ ਹਾਂ। ਇਹ ਕਹਾਣੀ ਯਾਦ ਰੱਖਣੀ ਜੀ। ਸਾਰ ਆ ਕਿ ਸੰਸਾਰ ਦੁੱਖਾਂ ਦਾ ਘਰ ਹੈ, ਦੁੱਖਾਂ ਦਾ ਸਾਗਰ ਹੈ ਜਾਂ ਘਰ ਹੈ। ਸੰਸਾਰ ਵਿੱਚ ਦੁੱਖ ਬਹੁਤ ਆ, ਇਹ ਪੁਆਇੰਟ ਯਾਦ ਰੱਖਣਾ ਪਹਿਲਾ। ਤੇ ਇਹ ਦੁੱਖਾਂ ਦਾ ਕਾਰਨ ਕੀ ਹੈ ਜੀ? ਤ੍ਰਿਸ਼ਨਾ, ਇਨਸਾਨ ਦੀਆਂ ਲਾਲਸਾਵਾਂ, ਇਹ ਦੁੱਖਾਂ ਦਾ ਕਾਰਨ ਹੈ। ਸੰਸਾਰ ਦੁੱਖਾਂ ਦਾ ਘਰ ਹੈ ਤੇ ਦੁੱਖਾਂ ਦਾ ਕਾਰਨ ਇੱਛਾਵਾਂ ਹਨ, ਡਿਜ਼ਾਇਰ। ਤੇ ਜੇ ਅਸੀਂ ਦੁੱਖਾਂ ਤੋਂ ਨਿਜਾਤ ਪਾਉਣੀ ਆ ਨਾ, ਤਾਂ ਸਿੰਪਲੀ ਇੱਛਾਵਾਂ ਤੋਂ ਨਿਜਾਤ ਪਾ ਲਓ। ਜੇਕਰ ਇੱਛਾਵਾਂ ਦੂਰ ਹੋ ਜਾਣ ਤਾਂ ਦੁੱਖ ਦੂਰ ਹੋ ਸਕਦੇ ਹਨ, ਇਹ ਗੱਲ ਹੈ ਜੀ। ਪਰ ਹੁਣ ਇਹ ਇੱਛਾਵਾਂ ਕਿੱਦਾਂ ਦੂਰ ਹੋਣ? ਉਸ ਲਈ 8 ਪੱਧਰੀ ਮਾਰਗ, 8-fold ਪਾਥ ਦੀ ਪਾਲਣਾ ਕਰਨੀ ਪੈਂਦੀ ਹੈ। ਦੁਬਾਰਾ ਪੜ੍ਹੀਏ। ਸੰਸਾਰ ਦੁੱਖਾਂ ਦਾ ਘਰ ਹੈ, ਦੁੱਖਾਂ ਦਾ ਕਾਰਨ ਤ੍ਰਿਸ਼ਨਾ ਹੈ, ਇੱਛਾਵਾਂ। ਤਾਂ ਜੇ ਇੱਛਾਵਾਂ ਤੋਂ ਅਸੀਂ ਨਿਜਾਤ ਪਾ ਲਈਏ ਤਾਂ ਦੁੱਖਾਂ ਤੋਂ ਵੀ ਨਿਜਾਤ ਪਾ ਸਕਦੇ ਹਾਂ। ਇਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? 8 ਪੱਧਰੀ ਮਾਰਗ ਨੂੰ ਪਾਲਣ ਕਰਕੇ, 8-fold ਪਾਥ ਨੂੰ ਫੋਲੋ ਕਰਕੇ। ਠੀਕ ਹੈ ਜੀ। ਹੁਣ ਇਹ 8-fold ਮਤਲਬ 8 ਮਾਰਗ ਕਿਹੜੇ ਆ? ਉਹ ਹੈ ਜੀ ਸਹੀ ਦ੍ਰਿਸ਼ਟੀ, ਠੀਕ, ਸਹੀ ਸੰਕਲਪ, ਸਹੀ ਦ੍ਰਿਸ਼ਟੀ, ਸਹੀ ਸੰਕਲਪ, ਸਹੀ ਬੋਲੀ, ਭਾਸ਼ਾ ਸਹੀ ਰੱਖੋ, ਸਹੀ ਆਚਰਣ, ਕੰਡਕਟ, ਸਹੀ ਉਪਜੀਵਿਕਾ, ਲਿਵਲੀਹੁੱਡ, ਮਤਲਬ ਚੋਰੀ ਵਗੈਰਾ ਨਹੀਂ ਕਰਨੀ, ਸਹੀ ਯਤਨ, ਰਾਈਟ ਐਫਰਟਸ, ਤੇ ਸਹੀ ਚੇਤਨਾ, ਰਾਈਟ ਮਾਈਂਡਫੁਲਨੈਸ, ਤੇ ਸਹੀ ਇਕਾਗਰਤਾ, ਰਾਈਟ ਕੰਸੰਟਰੇਸ਼ਨ ਸ਼ਾਮਿਲ ਹੈ। ਕਿਸੇ ਨੂੰ ਬੁਰੀ ਅੱਖ ਨਾਲ ਨਹੀਂ ਦੇਖਣਾ, ਆਪਣਾ ਸੰਕਲਪ ਸਹੀ ਰੱਖਣਾ, ਡਿਟਰਮੀਨੇਸ਼ਨ, ਭਾਸ਼ਾ ਬੁਰੀ ਨਹੀਂ ਬੋਲਣੀ, ਸੋਹਣੀ ਬੋਲਣੀ, ਸੱਚ ਬੋਲਣਾ, ਆਪਣਾ ਆਚਰਣ ਸਹੀ ਰੱਖਣਾ, ਲਿਵਲੀਹੁੱਡ, ਜੀਵਨ ਨਿਰਵਾਹ ਲਈ ਗਲਤ ਕੰਮ ਨਹੀਂ ਕਰਨੇ, ਸਹੀ ਕੰਮ, ਹੱਕ ਸੱਚ ਦੀ ਕਮਾਈ ਖਾਣਾ, ਰਾਈਟ ਐਫਰਟਸ, ਸਹੀ ਚੇਤਨਾ, ਮਾਈਂਡਫੁਲਨੈਸ, ਚੇਤਨਾ, ਸਹੀ ਇਕਾਗਰਤਾ, ਕੰਸੰਟਰੇਸ਼ਨ ਸ਼ਾਮਿਲ ਹੈ। ਹੁਣ ਪ੍ਰਸ਼ਨ ਆਉਂਦਾ ਜੀ ਕਿ ਬੁੱਧ ਰੱਬ ਨੂੰ ਮੰਨਦੇ ਸੀ? ਇਹ ਗੱਲ ਇੱਥੇ ਇਹਨਾਂ ਨੇ ਕਹੀ ਹੈ ਕਿ ਨਹੀਂ ਮੰਨਦੇ ਸੀ, ਪਰ ਅਸੀਂ ਗੱਲ ਕਰ ਚੁੱਕੇ ਹਾਂ ਕਿ ਉਹ ਰੱਬ ਬਾਰੇ ਚੁੱਪ ਆ, ਰੱਬ ਬਾਰੇ ਚੁੱਪ ਆ। ਪਰ ਬੁੱਕ 'ਚ ਲਿਖਿਆ ਜੀ ਬੁੱਧ ਨਾ ਤਾਂ ਰੱਬ ਨੂੰ ਮੰਨਦਾ ਹੈ ਅਤੇ ਨਾ ਹੀ ਰੱਬ ਦੀ ਹੋਂਦ ਨੂੰ ਰੱਦ ਕਰਦੇ ਹਨ। ਸਹੀ ਗੱਲ ਆ ਜੀ, ਨਾ ਹੀ ਮੰਨਦੇ ਆ ਨਾ ਹੀ ਰੱਦ ਕਰਦੇ ਆ, ਉਹ ਚੁੱਪ ਆ ਜੀ, ਐਗਨੋਸਟਿਕ ਆ। ਨਾ ਤਾਂ ਮੰਨਦੇ ਆ ਕਿ ਰੱਬ ਹੈ ਤੇ ਨਾ ਹੀ ਰੱਬ ਦੀ ਹੋਂਦ ਨੂੰ ਰੱਦ ਕਰਦੇ ਹਨ। ਇੰਪੋਰਟੈਂਟ ਪੁਆਇੰਟ ਹੈ। ਉਹਨਾਂ ਨੇ ਕਰਮ ਦੇ ਨਿਯਮ ਤੇ ਬਹੁਤ ਜ਼ੋਰ ਦਿੱਤਾ। ਕਰਮ ਦਾ ਨਿਯਮ, ਲਾਅ ਆਫ ਕਰਮਾ, ਕਰਮ ਦਾ ਨਿਯਮ। ਇਹ ਕਰਮ ਦਾ ਨਿਯਮ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਇਹ ਨਹੀਂ ਕਿ ਤੁਸੀਂ ਇਸ ਜਨਮ ਵਿੱਚ ਸ਼ੂਦਰ ਹੋ ਜਾਂ ਗਰੀਬ ਹੋ, ਇਹਦਾ ਕਾਰਨ ਤੁਹਾਡਾ ਪਿਛਲਾ ਜਨਮ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਕਹੀ ਉਹਨਾਂ ਨੇ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਬੁਰਾ ਕਰੋਗੇ ਤੁਹਾਨੂੰ ਬੁਰਾ ਫਲ ਮਿਲੇਗਾ। ਉਹਨਾਂ ਨੇ ਦਲੀਲ ਦਿੱਤੀ ਕਿ ਇਸ ਜੀਵਨ ਵਿੱਚ ਮਨੁੱਖ ਦੀ ਸਥਿਤੀ ਉਸ ਦੇ ਆਪਣੇ ਕਰਮਾਂ ਤੇ ਨਿਰਭਰ ਕਰਦੀ ਹੈ। ਚੰਗੇ ਕਰਮ ਕਰੋਗੇ ਤਾਂ ਤੁਹਾਡੀ ਸਥਿਤੀ ਚੰਗੀ ਹੋਵੇਗੀ। ਉਹਨਾਂ ਨੇ ਸਿਖਾਇਆ ਕਿ ਆਤਮਾ ਦੀ ਹੋਂਦ ਨਹੀਂ ਹੈ। ਜੈਨਿਜ਼ਮ ਕਹਿੰਦਾ ਹੈ ਕਿ ਆਤਮਾ ਦੀ ਹੋਂਦ ਹੈ, ਨਿਰਜੀਵ ਵਸਤੂ ਵਿੱਚ ਵੀ ਆਤਮਾ ਹੈ, ਪਰ ਇਹਨਾਂ ਨੇ ਕਿਹਾ ਕਿ ਆਤਮਾ ਨਹੀਂ। ਇੰਪੋਰਟੈਂਟ ਪੁਆਇੰਟ ਹੋ ਗਿਆ, ਡਿਫਰੈਂਸ ਹੋ ਗਿਆ ਇਹ ਬੁੱਧ ਤੇ ਜੈਨੀਆਂ ਦਾ। ਹਾਲਾਂਕਿ ਉਹਨਾਂ ਨੇ ਅਹਿੰਸਾ ਤੇ ਜ਼ੋਰ ਦਿੱਤਾ, ਇਹ ਕਿਹਾ ਕਿ ਅਸੀਂ ਹਿੰਸਾ ਨਹੀਂ ਕਰਨੀ। ਜੈਨਿਜ਼ਮ ਨੇ ਇਹ ਕਿਹਾ ਸੀ ਕਿ ਹਰ ਇੱਕ ਚੀਜ਼ ਵਿੱਚ ਆਤਮਾ ਆ, ਤਾਂ ਜਦੋਂ ਅਸੀਂ ਹਿੰਸਾ ਕਰਦੇ ਹਾਂ ਤੇ ਉਸ ਲਾਈਫ ਨੂੰ ਸੱਟ ਵੱਜਦੀ ਆ, ਉਹ ਇੰਜਰਡ ਹੁੰਦੇ ਆ। ਬੁੱਧ ਨੇ ਵੈਸੇ ਅਹਿੰਸਾ ਦੀ ਗੱਲ ਕੀਤੀ, ਪਰ ਇਹ ਕਿਹਾ ਕਿ ਆਤਮਾ ਨਹੀਂ ਹੁੰਦੀ।
ठीक। ਕਿਸੇ ਵੀ ਉਕਸਾਹਟ ਦੇ ਤਹਿਤ ਵੀ ਉਹਨਾਂ ਨੇ ਘੱਟ ਤੋਂ ਘੱਟ ਗੁੱਸਾ ਜਾਂ ਨਫ਼ਰਤ ਦਿਖਾਇਆ, ਨਫ਼ਰਤ ਨਹੀਂ ਦਿਖਾਈ। ਉਹਨਾਂ ਨੂੰ ਕੋਈ ਕਿਸ ਤਰ੍ਹਾਂ ਵੀ ਉਕਸਾਉਂਦਾ ਸੀ ਵੀ ਬੁੱਧ ਗੁੱਸੇ ਹੋ ਜਾਣ, ਪਰ ਉਹ ਸ਼ਾਂਤ ਰਹਿੰਦੇ ਸੀ, ਗੁੱਸਾ ਨਹੀਂ ਕਰਦੇ ਸੀ, ਨਫ਼ਰਤ ਨਹੀਂ ਦਿਖਾਉਂਦੇ ਸੀ। ਇਹ ਸੰਤਾਂ ਦਾ ਗੁਣ ਹੁੰਦਾ ਜੀ, ਹਲੀਮੀ ਨਾਲ ਭਰਪੂਰ ਹੋਣਾ। ਗੁੱਸਾ ਜਾਂ ਨਫ਼ਰਤ ਨਹੀਂ ਦਿਖਾਉਂਦੇ ਸੀ ਅਤੇ ਇਸ ਦੀ ਬਜਾਏ ਆਪਣੇ ਪਿਆਰ ਅਤੇ ਦਇਆ ਦੁਆਰਾ ਸਾਰਿਆਂ ਨੂੰ ਜਿੱਤ ਲੈਂਦੇ ਸੀ। ਪਿਆਰ ਭਾਵਨਾ, ਲਵ ਐਂਡ ਕੰਪੈਸ਼ਨ, ਦਇਆ, ਇਹ ਗੁਣਾਂ ਤੇ ਉਹਨਾਂ ਨੇ ਬੜਾ ਜ਼ੋਰ ਦਿੱਤਾ। ਆਪਣੇ ਅੰਦਰ ਦੂਸਰਿਆਂ ਲਈ ਪਿਆਰ ਲਿਆਓ, ਦਇਆ ਲਿਆਓ, ਗੁੱਸਾ ਨਹੀਂ, ਨਫ਼ਰਤ ਨਹੀਂ। ਉਹਨਾਂ ਦਾ ਧਰਮ ਨੈਤਿਕਤਾ ਦੇ ਸਮਾਨ ਸੀ। ਨੈਤਿਕਤਾ ਵੀ ਆਪਣੇ ਜੀਵਨ ਵਿਵਹਾਰ ਵਿੱਚ ਵਧੀਆ ਗੱਲਾਂ ਲੈ ਕੇ ਆਓ, ਵਧੀਆ ਰੂਲਸ ਲੈ ਕੇ ਆਓ ਅਤੇ ਇਹ ਵਿਚਾਰ, ਬਚਨ ਅਤੇ ਕਰਮ ਦੀ ਸ਼ੁੱਧਤਾ ਤੇ ਜ਼ੋਰ ਦਿੰਦੇ ਸੀ। ਇਹ ਜਿਹੜਾ ਉਹਨਾਂ ਦਾ ਧਰਮ ਦਾ ਸਿਧਾਂਤ ਸੀ, ਉਹ ਨੈਤਿਕਤਾ, ਅੱਛੇ ਰੂਲ, ਜ਼ਿੰਦਗੀ 'ਚ ਚੰਗੇ ਰੂਲ ਫੋਲੋ ਕਰਨੇ, ਨਿਯਮ ਫੋਲੋ ਕਰਨੇ, ਤਾਂ ਉਹਨਾਂ ਵਿੱਚ ਸ਼ਾਮਿਲ ਸੀ ਆਪਣੇ ਮਨ ਵਿੱਚ ਵਿਚਾਰ ਚੰਗੇ ਲਿਆਓ, ਬਚਨ ਚੰਗੇ ਬੋਲੋ, ਬਾਣੀ ਸਹੀ ਰੱਖੋ ਤੇ ਆਪਣਾ ਕਰਮ ਵੀ ਸ਼ੁੱਧ ਰੱਖੋ। ਮਨ, ਬਚਨ ਤੇ ਕਰਮ ਇਹ ਸ਼ੁੱਧ ਹੋਣੇ ਚਾਹੀਦੇ ਆ। ਵਿਚਾਰ, ਬਚਨ ਤੇ ਕਰਮ ਦੀ ਸ਼ੁੱਧਤਾ, ਇਸ ਤੇ ਜ਼ੋਰ ਦਿੱਤਾ। ਉਹ ਇੱਕ ਤਰਕਸ਼ੀਲ ਸਨ। ਇੰਪੋਰਟੈਂਟ ਪੁਆਇੰਟ, ਰੈਸ਼ਨਲ, ਵੀ ਕੋਈ ਗੱਲ ਕਹੀ ਉਹਨੂੰ ਐਜ਼ ਸੱਚ ਨਹੀਂ ਅਸੈਪਟ ਕਰ ਲੈਣਾ, ਮੰਨ ਲੈਣਾ, ਉਹਨੂੰ ਤਰਕ ਦੇ ਆਧਾਰ ਤੇ ਪਰਖਣਾ। ਤਰਕਸ਼ੀਲ ਸਨ, ਜਿਨ੍ਹਾਂ ਨੇ ਤਰਕ ਦੀ ਰੌਸ਼ਨੀ ਵਿੱਚ ਗੱਲਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਫਿਰ ਦੇਖੋ ਨਾ, ਇਹ ਦੌਰ ਕਿਹੜਾ ਆ? ਇਹ ਦੌਰ ਇਸ ਤਰ੍ਹਾਂ ਦਾ ਆ ਕਿ ਪਹਿਲਾ ਦੌਰ ਕਿਹੜਾ ਸੀ ਕਿ ਧਰਮ ਦੀਆਂ ਸਿੱਖਿਆਵਾਂ ਨੂੰ ਫੋਲੋ ਕਰੋ, ਕਿੰਤੂ ਪਰੰਤੂ ਨਾ ਕਰੋ। ਪਰ ਬੁੱਧ ਨੇ ਕਿਹਾ ਕਿ ਅਸੀਂ ਤਰਕ ਦੀ ਰੌਸ਼ਨੀ ਵਿੱਚ ਚੀਜ਼ਾਂ ਨੂੰ, ਗੱਲਾਂ ਨੂੰ ਪਰਖਣਾ ਆ। ਠੀਕ ਹੈ ਜੀ। ਹਾਲਾਂਕਿ ਉਹਨਾਂ ਨੇ ਜਾਤ ਪ੍ਰਣਾਲੀ ਤੇ ਸਿੱਧਾ ਹਮਲਾ ਨਹੀਂ ਸੀ ਕੀਤਾ। ਉਹਨਾਂ ਨੇ ਸਿੱਧਾ ਨਹੀਂ ਕਿਹਾ ਕਿ ਜਾਤ ਪਾਤ ਗਲਤ ਗੱਲ ਆ। ਕੁਛ ਇਸ ਤਰ੍ਹਾਂ ਦੇ ਪ੍ਰਮਾਣ ਬਹੁਤੇ ਨਹੀਂ ਮਿਲਦੇ, ਮਤਲਬ ਨਾ ਦੇ ਬਰਾਬਰ ਮਿਲਦੇ ਆ, ਪਰ ਇਹ ਜ਼ਰੂਰ ਮਿਲਦੇ ਆ ਪ੍ਰਮਾਣ ਕਿ ਉਹ ਬਰਾਬਰਤਾ ਦੀ ਗੱਲ ਕਰਦੇ ਸੀ ਤੇ ਉਹਨਾਂ ਦੇ ਸੰਘ ਵਿੱਚ ਸਾਰੇ ਹੀ ਜਾਤ ਪਾਤ ਦੇ ਲੋਕ ਆ ਜਾ ਸਕਦੇ ਸੀ, ਸ਼ਾਮਿਲ ਹੋ ਸਕਦੇ ਸੀ। ਉਹ ਕਿਸੇ ਵੀ ਸਮਾਜਿਕ ਭੇਦਭਾਵ ਦੇ ਵਿਰੁੱਧ ਸੀ। ਉਹਨਾਂ ਦੇ ਅਨੁਯਾਈਆਂ ਵਿੱਚ ਕਿਸੇ ਨੂੰ ਵੀ ਮਨਾਹੀ ਨਹੀਂ ਸੀ। ਉਹਨਾਂ ਦੇ ਅਨੁਯਾਈ ਬਣਨ ਲਈ ਕਿਸੇ ਨੂੰ ਵੀ ਮਨਾਹੀ ਨਹੀਂ ਸੀ। ਕਿਸੇ ਨੂੰ ਵੀ ਮਤਲਬ ਕਿਸੇ ਵੀ ਜਾਤ ਧਰਮ ਵਾਲੇ ਨੂੰ ਇਹ ਨਹੀਂ ਸੀ ਕਿ ਤੁਸੀਂ ਸਾਡੇ ਸੰਘ ਵਿੱਚ ਨਹੀਂ ਆ ਸਕਦੇ, ਸਾਡੇ ਅਨੁਯਾਈ ਨਹੀਂ ਬਣ ਸਕਦੇ। ਇਸ ਲਈ ਬੁੱਧ ਧਰਮ ਧਾਰਮਿਕ ਕ੍ਰਾਂਤੀ ਨਾਲੋਂ ਸਮਾਜਿਕ ਕ੍ਰਾਂਤੀ ਜ਼ਿਆਦਾ ਸੀ। ਇਹ ਪ੍ਰਸ਼ਨ ਆ ਸਕਦਾ ਕਿ ਬੁੱਧ ਧਰਮ ਧਾਰਮਿਕ ਨਾਲੋਂ ਸਮਾਜਿਕ ਕ੍ਰਾਂਤੀ ਜ਼ਿਆਦਾ ਸੀ। ਉਸ ਵੇਲੇ ਤੁਸੀਂ ਸਮਾਜ ਵਾਲੇ ਪੁਆਇੰਟ ਲਿਖ ਦੇਣੇ, ਬਰਾਬਰਤਾ ਵਾਲੇ ਪੁਆਇੰਟ, ਊਚ ਨੀਚ ਦੇ ਵਿਰੁੱਧ ਜੋ ਵੀ ਉਹਨਾਂ ਨੇ ਗੱਲਾਂ ਕਹੀਆਂ, ਉਹ ਸਾਰੀਆਂ ਗੱਲਾਂ। ਉਹਨਾਂ ਨੇ ਵਿਹਾਰਿਕ ਨੈਤਿਕਤਾ ਦੀ ਸਹਿਨਤਾ ਸਿਖਾਈ ਵੀ ਆਪਣਾ ਜਿਹੜਾ ਵਿਵਹਾਰ ਆ, ਪ੍ਰੈਕਟੀਕਲ ਲਾਈਫ ਆ, ਉਹਦੇ ਵਿੱਚ ਚੰਗੇ ਗੁਣ ਲੈ ਕੇ ਆਣੇ ਆ, ਮੋਰੈਲਿਟੀ ਲੈ ਕੇ ਆਣੀ ਆ, ਐਥਿਕਸ ਵਾਲੀ ਭਾਵਨਾ ਲੈ ਕੇ ਆਣੀ ਆ, ਨੈਤਿਕਤਾ ਲਿਆਉਣੀ ਆ। ਨੈਤਿਕਤਾ ਵੀ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਉਹਨੂੰ ਚੰਗੇ ਮਾੜੇ ਵਜੋਂ ਪਰਖਣ ਵਾਲੇ ਨਿਯਮ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਝੂਠ ਨਹੀਂ ਬੋਲਣਾ। ਹੁਣ ਝੂਠ ਨਹੀਂ ਬੋਲਣਾ ਇੱਕ ਸਮਾਜ ਦਾ ਨੈਤਿਕਤਾ ਵਾਲਾ ਨਿਯਮ ਆ। ਦੂਸਰੇ ਦਾ ਭਲਾ ਕਰਨਾ, ਜਿਸ ਤਰ੍ਹਾਂ ਸਾਡਾ ਬਿਹੇਵੀਅਰ ਚੰਗਾ ਹੋਵੇ, ਇਹ ਨੈਤਿਕਤਾ ਵਿੱਚ ਕੋਈ ਕਾਨੂੰਨੀ ਐਂਗਲ ਇੰਨਾ ਨਹੀਂ ਹੁੰਦਾ। ਹੁਣ ਆਪਾਂ ਕਹੀਏ ਵੱਡਿਆਂ ਦਾ ਸਤਿਕਾਰ ਕਰਨਾ, ਹਨਾ, ਹੁਣ ਜੇ ਨਹੀਂ ਸਤਿਕਾਰ ਕੀਤਾ ਤੇ ਕੋਈ ਇਹ ਥੋੜੀ ਕਿ ਸਾਨੂੰ ਜੇਲ੍ਹ 'ਚ ਕੋਈ ਪਾ ਦੂਗਾ। ਇਹ ਸਾਡੇ ਆਮ ਜੀਵਨ ਦੇ ਨਿਯਮ ਹੁੰਦੇ ਆ। ਤਾਂ ਇਸ ਤਰ੍ਹਾਂ ਦੇ ਨਿਯਮ ਬੁੱਧਿਜ਼ਮ ਨੇ ਸਿਖਾਇਆ। ਸਹਿਨਤਾ ਮਤਲਬ ਨਿਯਮ, ਅਤੇ ਸਮਾਜਿਕ ਬਰਾਬਰੀ ਦਾ ਸਿਧਾਂਤ ਸਾਡੇ ਸਾਹਮਣੇ ਰੱਖਿਆ ਵੀ ਅਸੀਂ ਕੀ ਹਾਂ, ਬਰਾਬਰ ਹਾਂ। ਠੀਕ ਹੈ ਜੀ। ਅੱਗੇ ਗੱਲ ਕਰਦੇ ਜੀ ਬੁੱਧ ਧਰਮ ਦਾ ਪ੍ਰਸਾਰ ਕਿੱਥੇ ਕਿੱਥੇ ਬੁੱਧ ਧਰਮ ਫੈਲਿਆ, ਕਿੱਥੇ ਫੈਲਿਆ। ਬੁੱਧ ਦੇ ਦੋ ਤਰ੍ਹਾਂ ਦੇ ਚੇਲੇ ਸਨ। ਇੱਕ ਹੁੰਦੇ ਸੀ ਭਿਕਸ਼ੂ, ਜਾਂ ਭਿਕਸ਼ੂ ਅਸੀਂ ਕਹਿ ਦਈਏ ਹਨਾ, ਕੱਕੇ ਤੋਂ ਕਹਿ ਲਓ ਜਾਂ ਖੱਖੇ ਤੋਂ ਪਹਿਲਾਂ, ਭਿਕਸ਼ੂ ਮੌਂਕ, ਤੇ ਦੂਸਰੇ ਸੀ ਉਪਾਸਕ, ਫੋਲੋਅਰ। ਜਿਹੜੇ ਤਾਂ ਹੁੰਦੇ ਜੀ ਭਿਕਸ਼ੂ, ਉਹਨਾਂ ਉੱਤੇ ਰੂਲ ਕੜੇ ਹੁੰਦੇ ਆ। ਉਪਾਸਕਾਂ ਉੱਤੇ ਰੂਲ ਇੰਨੇ ਕੜੇ ਨਹੀਂ ਹੁੰਦੇ।
ਉਹਨਾਂ ਦੀਆਂ ਸਿੱਖਿਆਵਾਂ ਨੂੰ ਫੈਲਾਉਣ ਦੇ ਉਦੇਸ਼ ਲਈ ਸੰਨਿਆਸੀ ਸੰਘ ਵਿੱਚ ਸੰਗਠਿਤ ਕੀਤੇ ਗਏ ਸਨ। ਇਹਨਾਂ ਦਾ ਵੀ ਕੀ ਆ, ਸੰਘ ਬਣਾਇਆ ਗਿਆ ਸੀ, ਪ੍ਰੋਪਰ ਗਰੁੱਪ, ਪ੍ਰੋਪਰ ਆਰਗੇਨਾਈਜੇਸ਼ਨ, ਵੀ ਹਾਂ ਵੀ ਆਹ ਤੁਹਾਡੀ ਆਰਗੇਨਾਈਜੇਸ਼ਨ ਆ, ਤੁਸੀਂ ਆਹ ਕੰਮ ਕਰਨਾ ਆ, ਤੁਸੀਂ ਇਸ ਤਰ੍ਹਾਂ ਤੁਰ ਫਿਰ ਕੇ ਅਲੱਗ-ਅਲੱਗ ਏਰੀਏ ਵਿੱਚ ਜਾਣਾ ਤੇ ਬੁੱਧ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ। ਇਸ ਸੰਘ ਦੀ ਮੈਂਬਰਸ਼ਿਪ ਸਾਰੇ ਵਿਅਕਤੀਆਂ ਲਈ ਖੁੱਲ੍ਹੀ ਸੀ। ਔਰਤ, ਮਰਦ, ਕਿਸੇ ਵੀ ਜਾਤ ਦਾ ਬੰਦਾ ਤੀਵੀਂ ਹੋਵੇ ਜੁਆਇਨ ਕਰ ਸਕਦਾ ਸੀ। ਮਰਦ ਵੀ, ਔਰਤਾਂ ਵੀ ਅਤੇ ਕਿਸੇ ਵੀ ਜਾਤੀ ਦੇ ਲੋਕ ਸ਼ਾਮਿਲ ਹੋ ਸਕਦੇ ਸਨ। ਨਨ ਹੁੰਦੇ ਜੀ ਜਿਹੜੀਆਂ ਫੀਮੇਲ ਭਿਕਸ਼ੂ ਆ, ਉਹਨੂੰ ਕਹਿੰਦੇ ਨਨ, ਫੀਮੇਲ ਭਿਕਸ਼ੂ, ਔਰਤ ਭਿਕਸ਼ੂ। ਉਹਨਾਂ ਲਈ ਉਹਨਾਂ ਦੇ ਨਿਵਾਸ ਅਤੇ ਆਉਣ ਜਾਣ ਨੂੰ ਸੀਮਿਤ ਕਰਨ ਲਈ ਇੱਕ ਵਿਸ਼ੇਸ਼ ਕੋਡ ਜਾਂ ਨਿਯਮ ਸੀਗਾ, ਵੀ ਜੇ ਔਰਤ ਨੇ ਭਿਕਸ਼ਣ ਬਣਨਾ ਆ ਤਾਂ ਉਹਨਾਂ ਨੂੰ ਸਪੈਸ਼ਲ ਕੋਡ ਆਫ ਕੰਡਕਟ, ਕੋਡ ਫੋਲੋ ਕਰਨੇ ਪੈਂਦੇ ਸੀ, ਨਿਯਮ ਫੋਲੋ ਕਰਨੇ ਪੈਂਦੇ ਸੀ, ਵੀ ਹਾਂ ਵੀ ਤੁਸੀਂ ਇੱਥੇ ਰਹਿਣਾ ਆ, ਨਿਵਾਸ ਵਾਲੇ ਨਿਯਮ, ਤੇ ਤੁਸੀਂ ਇੱਥੇ ਜਾ ਸਕਦੇ ਆ, ਆਉਣ ਜਾਣ ਦੇ ਨਿਯਮ, ਇਹ ਉਹਨਾਂ ਦੇ ਉੱਤੇ ਲਾਗੂ ਹੁੰਦਾ ਸੀ। ਕਿਹਨਾਂ ਤੇ? ਔਰਤ ਭਿਕਸ਼ਣ ਅਤੇ ਨੰਨਾਂ ਲਈ। ਸਾਰੀਪੁੱਤ, ਮੋਗਲਨ ਅਤੇ ਆਨੰਦ, ਇਹ ਕੀ ਆ, ਕੁਝ ਮਸ਼ਹੂਰ ਭਿਕਸ਼ੂ ਸਨ। ਪ੍ਰਸ਼ਨ ਆ ਸਕਦਾ, ਸਾਰੀਪੁੱਤ, ਮੋਗਲਨ, ਆਨੰਦ ਕੌਣ ਸੀ? ਇਹ ਬੁੱਧ ਭਿਕਸ਼ੂ ਸੀ, ਮੌਂਕ ਸੀ। ਸੰਘ ਨੂੰ ਲੋਕਤੰਤਰੀ ਲੀਹਾਂ ਤੇ ਸੰਗਠਿਤ ਕੀਤਾ ਗਿਆ ਸੀ। ਸੰਘ ਜਿਹੜੀ ਇਹਨਾਂ ਦੀ ਆਰਗੇਨਾਈਜੇਸ਼ਨ ਸੀ, ਉਹ ਡੈਮੋਕ੍ਰੈਟਿਕ ਅਲਾਇੰਸ ਤੇ ਬਣੀ ਸੀ। ਕੋਈ ਡਿਸੀਜ਼ਨ ਲੈਣਾ ਤਾਂ ਸਾਰਿਆਂ ਦੀ ਰਾਏ ਲਈ ਜਾਂਦੀ ਸੀ। ਹਰੇਕ ਬੰਦੇ ਦਾ ਆਪਣਾ ਆਪਣਾ ਰੋਲ ਸੀ। ਇਹ ਨਹੀਂ ਕਿ ਕੋਈ ਇੱਕ ਲੀਡਰ ਆ ਤੇ ਉਹਦੀ ਹੀ ਚੱਲੇਗੀ, ਨਹੀਂ, ਇਸ ਤਰ੍ਹਾਂ ਨਹੀਂ ਸੀ। ਸੰਘ ਦੁਆਰਾ ਕੀਤੇ ਗਏ ਸੰਗਠਿਤ ਯਤਨਾਂ ਦੇ ਕਾਰਨ ਇਹਨਾਂ ਨੇ ਕਾਫੀ ਕੰਮ ਕੀਤਾ, ਇਸ ਕਰਕੇ ਬੁੱਧ ਧਰਮ ਕਾਫੀ ਫੈਲਿਆ। ਬੁੱਧ ਧਰਮ ਨੇ ਬੁੱਧ ਦੇ ਜੀਵਨ ਕਾਲ ਦੌਰਾਨ ਵੀ ਉੱਤਰੀ ਭਾਰਤ ਵਿੱਚ ਤੇਜ਼ੀ ਨਾਲ ਤਰੱਕੀ ਕਰ ਲਈ ਸੀ। ਹਾਲੇ ਬੁੱਧ ਜੀਵਤ ਸੀ, ਉਹਨਾਂ ਦੇ ਜੀਵਨ ਕਾਲ ਦੌਰਾਨ ਹੀ ਬੁੱਧ ਧਰਮ ਕਾਫੀ ਏਰੀਏ ਵਿੱਚ ਫੈਲ ਚੁੱਕਿਆ ਸੀ। ਦੇਖੋ ਨਾ, ਅਸੀਂ ਪੜ੍ਹਿਆ ਕਿ 40 ਸਾਲ ਦੇ ਕਰੀਬ ਉਹਨਾਂ ਨੇ ਆਪਣੇ ਵਿਚਾਰਾਂ ਦਾ ਪ੍ਰਸਾਰ ਕੀਤਾ। ਉਹਨਾਂ ਨੇ ਕੀਤਾ, ਸੰਘ ਨੇ ਕੀਤਾ, ਉਹਨਾਂ ਦੇ ਚੇਲਿਆਂ ਨੇ ਕੀਤਾ, ਤੇ ਇਹਦੇ ਸਦਕਾ ਬੁੱਧ ਧਰਮ ਕਾਫੀ ਏਰੀਏ ਵਿੱਚ ਫੈਲ ਗਿਆ, ਖਾਸ ਤੌਰ ਤੇ ਉੱਤਰ ਭਾਰਤ ਵਿੱਚ। ਮਗਧ, ਕੌਸ਼ਲ, ਕੌਸਾਂਬੀ ਅਤੇ ਉੱਤਰੀ ਭਾਰਤ ਦੇ ਕਈ ਗਣਤੰਤਰ ਰਾਜਾਂ ਨੇ ਇਸ ਧਰਮ ਨੂੰ ਅਪਣਾ ਲਿਆ ਸੀ। ਬੁੱਧ ਦੀ ਮੌਤ ਤੋਂ ਲਗਭਗ 200 ਸਾਲ ਬਾਅਦ ਪ੍ਰਸਿੱਧ ਮੌਰਿਆ ਸਮਰਾਟ ਅਸ਼ੋਕ ਨੇ ਬੁੱਧ ਧਰਮ ਅਪਣਾ ਲਿਆ। ਅਸ਼ੋਕ, ਇਹ ਇੱਕ ਆਪਣੀ ਕਹਾਣੀ ਆ ਕਿ ਅਸ਼ੋਕ ਨੇ ਜਦੋਂ ਕਲਿੰਗਾ ਫਤਿਹ ਕੀਤਾ ਤੇ ਉਸ ਵੇਲੇ ਉਹਦੇ ਉੱਤੇ ਕਾਫੀ ਇੰਪੈਕਟ ਪਿਆ, ਪ੍ਰਭਾਵ ਪਿਆ ਕਿ ਮੈਂ ਇੰਨੇ ਯੁੱਧ ਕੀਤਾ, ਐਡਾ ਵੱਡਾ, ਇੰਨੇ ਲੋਕ ਮਰ ਗਏ ਤੇ ਮੈਂ ਕੀ ਪਾਇਆ। ਤੇ ਫਿਰ ਉਹਦੇ ਦਿਲ ਨੂੰ ਸੱਟ ਵੱਜੀ ਤੇ ਉਹ ਫਿਰ ਬੋਧੀ ਬਣ ਗਿਆ ਸੀ। ਤਾਂ ਉਹਨਾਂ ਨੇ ਬੁੱਧ ਧਰਮ ਦਾ ਪ੍ਰਸਾਰ ਵੀ ਕਾਫੀ ਕੀਤਾ ਸੀ। ਅਸ਼ੋਕ ਨੇ ਬੁੱਧ ਧਰਮ ਅਪਣਾ ਲਿਆ। ਆਪਣੇ ਮਿਸ਼ਨਰੀ ਯਤਨਾਂ ਸਦਕਾ ਅਸ਼ੋਕ ਨੇ ਪੱਛਮੀ ਏਸ਼ੀਆ, ਵੈਸਟਰਨ ਏਸ਼ੀਆ ਅਤੇ ਸੀਲੋਨ, ਅੱਜ ਦਾ ਸ਼੍ਰੀਲੰਕਾ, ਇਸ ਵਿੱਚ ਬੁੱਧ ਧਰਮ ਦਾ ਕਾਫੀ ਪ੍ਰਚਾਰ ਕੀਤਾ। ਆਪਣੇ ਮਤਲਬ ਕਿ ਬੱਚਿਆਂ ਨੂੰ ਇੱਥੇ ਭੇਜਿਆ ਸੀ ਸ਼੍ਰੀਲੰਕਾ, ਵੀ ਤੁਸੀਂ ਉੱਥੇ ਪ੍ਰਚਾਰ ਕਰੋ। ਤੇ ਉੱਥੇ ਬੋਧੀ ਬ੍ਰਿਕਸ਼ ਦੀ ਟਾਹਣੀ ਵੀ ਭੇਜੀ ਸੀ, ਕਹਿੰਦੇ ਅੱਜ ਵੀ ਇਹ ਬ੍ਰਿਕਸ਼ ਉੱਥੇ ਹੈਗਾ ਆ। ਠੀਕ ਹੈ ਜੀ। ਇਸ ਤਰ੍ਹਾਂ ਇੱਕ ਸਥਾਨਕ ਧਾਰਮਿਕ ਸੰਪਰਦਾ ਵਿਸ਼ਵ ਧਰਮ ਵਿੱਚ ਬਦਲ ਗਈ। ਅਜਿਹਾ ਧਰਮ ਜਿਹੜੇ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਮੰਨਿਆ ਜਾਂਦਾ ਆ। ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਬੋਧੀ ਕੌਂਸਲਾਂ। ਬੁੱਧ ਦੇ ਅਨੁਆਈਆਂ ਦੁਆਰਾ ਮੀਟਿੰਗਾਂ ਕੀਤੀਆਂ ਗਈਆਂ ਵੱਡੇ ਲੈਵਲ ਤੇ, ਉਹਨੂੰ ਕਹਿੰਦੇ ਜੀ ਕੌਂਸਲਾਂ। ਤੁਸੀਂ ਯਾਦ ਕਰ ਰੱਖਣਾ RBP। ਆਪਣਾ ਜਿਹੜਾ ਜੈਨ ਵਿੱਚ ਕੀ ਸੀਗਾ, PV, ਇੱਥੇ ਆ ਉਲਟਾ BP ਆ। ਜੈਨੀਆਂ ਦੀਆਂ ਦੋ ਹੀ ਕੌਂਸਲਾਂ ਸੀਗੀਆਂ, PV ਪਾਟਲੀ ਪੁੱਤਰ ਤੇ ਬੱਲਵੀ, ਇੱਥੇ ਹੈ ਜੀ VP। RBP ਇਹ ਯਾਦ ਰੱਖ ਲਿਓ, RBP। R ਤੋਂ ਰਾਜਗ੍ਰੀਹ, B ਤੋਂ ਵੈਸ਼ਾਲੀ ਤੇ P ਤੋਂ ਪਾਟਲੀ ਪੁੱਤਰ, ਇਹ ਹੈਗੇ ਜੀ ਜਗ੍ਹਾਵਾਂ ਦੇ ਨਾਮ। ਤੇ ਚੌਥੀ ਹੈ ਜੀ ਕਸ਼ਮੀਰ, K ਤੋਂ ਕਸ਼ਮੀਰ ਤਾਂ K ਤੋਂ ਹੈ ਕਨਿਸ਼ਕ। ਇਹਨਾਂ ਦਾ ਹੈਡ ਕੌਣ ਸੀ, ਕਿਹੜੀ ਸਰਪ੍ਰਸਤੀ ਵਿੱਚ ਇਹ ਹੋਈ ਸੀ, ਕਨਿਸ਼ਕ। K ਤੋਂ ਕਨਿਸ਼ਕ, K ਤੋਂ ਕਸ਼ਮੀਰ। ਤੇ ਤੀਜੀ ਵਾਲੀ ਜਿਹੜੀ ਮੀਟਿੰਗ ਸੀ ਉਹ ਕਿਹੜੀ
किहदी सरपरस्ती हेठ होई सी? अशोक दी। ये याद रखनियां तुसीं गल्लां सारियां ये। RVP, RVP का मतलब R तो राजगृह, V तो वैशाली, P तो पाटलिपुत्र ते K तो कश्मीर, K तो कनिष्क। चौथी होई सी कश्मीर विच, किहदी सरपरस्ती? कनिष्क। तीसरी होई सी पाटलिपुत्र विच, किहदी सरपरस्ती? अशोक। हुण तुसीं कहो सर भी इन्हां दा नहीं याद करना कौन सरपरस्ती सी किता, वो भी याद करना है, ठीक है, पर यह है कि आ ज़्यादा इंपॉर्टेंट है, दो ज़्यादा इंपॉर्टेंट। पढ़ते हैं जी। बुद्ध की मौत तो तुरंत बाद महाकश्यप की प्रधानगी हेठ राजगृह विखे पहली बोधि परिषद आयोजित की गई सी। पहली होगी राजगृह, तो हैड कौन सी? प्रधानगी किन की? महाकश्यप। ठीक है जी। दूसरी किथे? वैशाली। तीसरी बोधि परिषद अशोक की सरपरस्ती हेठ पाटलिपुत्र विखे हुई। RVP, P तो पाटलिपुत्र ते कौन सी? अशोक। मोगली पुत्र तिस्सा ने मोगली पुत्र तिस्सा ने इसकी प्रधानगी की सी। कौन सी प्रधान? तिस्सा। त्रिपिटका का अंतिम संस्करण इस सभा विच संपूर्ण होया। ਜਿਹੜੀਆਂ ਬੋਧੀਆਂ ਦੀਆਂ ਸਿੱਖਿਆਵਾਂ ਨਾ, ਉਹਨਾਂ ਦੀਆਂ ਸਿੱਖਿਆਵਾਂ ਨੂੰ ਜੇ ਕਿਤਾਬਾਂ ਦਾ ਰੂਪ ਜਦੋਂ ਦਿੱਤਾ ਗਿਆ ਤਾਂ 3 ਕਿਤਾਬਾਂ ਬਣੀਆਂ। ਠੀਕ ਹੈ, ਸੂਤ ਪਿਤਾਕਾ, ਵਿਨੇ ਪਿਤਾਕਾ, ਅਭਿਧਮ ਪਿਤਾਕਾ। ਤਾਂ ਇਹ ਇਹਨੂੰ ਕਹਿੰਦੇ ਤ੍ਰਿਪਿਟਕਾ, ਮਤਲਬ 3 ਪਿਟਕਾ। ਪਿਟਕਾ ਮਤਲਬ ਇਹਨਾਂ ਦੇ ਆਪਣਾ ਕਿਤਾਬਾਂ, ਗ੍ਰੰਥ। ਤੇ ਤ੍ਰਿਪਿਟਕਾ ਦਾ ਅੰਤਿਮ ਸੰਸਕਰਨ ਉਹ ਕਿਹੜੀ ਮੀਟਿੰਗ ਵਿੱਚ ਸੰਪੂਰਨ ਹੋਇਆ ਸੀ? ਤੀਸਰੀ ਮੀਟਿੰਗ ਵਿੱਚ। 3 ਤੋਂ 3 ਤ੍ਰਿਪਿਟਕਾ, 3 ਤੋਂ ਹੀ ਤੀਸਰੀ ਮੀਟਿੰਗ, ਇਹਦੇ ਵਿੱਚ ਸੰਪੂਰਨ ਹੋਇਆ ਸੀ ਤ੍ਰਿਪਿਟਕਾ ਦਾ ਅੰਤਿਮ ਸੰਸਕਰਨ। ਠੀਕ ਹੈ। ਤੇ ਚੌਥੀ ਬੋਧੀ ਪਰਿਸ਼ਦ ਕਸ਼ਮੀਰ ਵਿੱਚ ਕਨਿਸ਼ਕ ਦੁਆਰਾ ਬੁਲਾਈ ਗਈ ਸੀ ਤੇ ਬਾਸੂਮਿਤਰਾ ਇਹਦੇ ਪ੍ਰਧਾਨ ਬਣੇ ਸੀ। ਬਾਸੂਮਿਤਰਾ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਸੀ ਚੌਥੀ ਬੋਧੀ ਪਰਿਸ਼ਦ। ਕਿੱਥੇ? ਕਸ਼ਮੀਰ ਵਿੱਚ। ਕਿਹਨਾਂ ਦੁਆਰਾ? ਕਨਿਸ਼ਕ ਦੁਆਰਾ। ਬਹੁਤ ਵੱਡਾ ਰਾਜਾ ਸੀ ਕਨਿਸ਼ਕ, ਉਹਦੇ ਦੁਆਰਾ। ਕੇ ਤੋਂ ਕਨਿਸ਼ਕ, ਕੇ ਤੋਂ ਕਸ਼ਮੀਰ। ਠੀਕ ਹੈ ਜੀ। ਅਸ਼ਵ ਘੋਸ਼ ਇੱਕ ਬਹੁਤ ਵੱਡਾ ਸਕੋਲਰ ਆ, ਬੋਧੀ ਸਕੋਲਰ। ਅਸ਼ਵ ਘੋਸ਼ ਕੌਣ ਆ? ਇਹ ਬੁੱਧ ਚਰਿਤਾ ਦੇ ਲੇਖਕ। ਬੁੱਧ ਚਰਿਤਾ ਦੇ ਲੇਖਕ ਅਸ਼ਵ ਘੋਸ਼ ਨੇ ਇਸ ਸਭਾ ਵਿੱਚ ਸ਼ਮੂਲੀਅਤ ਕੀਤੀ ਸੀ। ਅਸ਼ਵ ਘੋਸ਼ ਇਸ ਸਭਾ ਵਿੱਚ ਹਾਜ਼ਰ ਹੋਏ ਸੀ, ਪਰ ਪ੍ਰਧਾਨਗੀ ਨਹੀਂ ਸੀ ਕੀਤੀ ਉਹਨਾਂ ਨੇ। ਇਸ ਸਭਾ ਦੌਰਾਨ ਬੁੱਧ ਧਰਮ ਦੀ ਨਵੀਂ ਸ਼ਾਖਾ ਮਹਾਯਾਨ ਬੁੱਧ ਹੋਂਦ ਵਿੱਚ ਆਇਆ। ਬੁੱਧ ਧਰਮ ਦੀ ਨਵੀਂ ਸ਼ਾਖਾ ਮਹਾਯਾਨ ਬੁੱਧ ਹੋਂਦ ਵਿੱਚ ਆਈ ਸੀ। ਠੀਕ। ਜਿਹੜਾ ਪਹਿਲਾ ਬੁੱਧ ਧਰਮ ਸੀ, ਜਿਹੜਾ ਕਿ ਬੁੱਧ ਦੁਆਰਾ ਪ੍ਰਚਾਰਿਆ ਗਿਆ ਸੀ ਅਤੇ ਅਸ਼ੋਕ ਦੁਆਰਾ ਪ੍ਰਚਾਰਿਆ ਗਿਆ ਸੀ, ਉਹ ਬੁੱਧ ਧਰਮ ਹੀਨਯਾਨ ਵਜੋਂ ਜਾਣਿਆ ਜਾਂਦਾ ਸੀ। ਪਹਿਲਾ ਵਾਲਾ ਜਿਹੜਾ ਬੁੱਧ ਧਰਮ ਸੀ, ਉਹਨੂੰ ਹੀਨਯਾਨ ਵਜੋਂ ਜਾਣਿਆ ਗਿਆ। ਤਾਂ ਜਿਹੜਾ ਚੌਥੀ ਕੌਂਸਲ ਦੌਰਾਨ ਡਿਵੈਲਪ ਹੋਇਆ, ਉਹਨੂੰ ਕਹਿੰਦੇ ਜੀ ਮਹਾਯਾਨ। ਜਾਨ ਹੋ ਗਿਆ ਜੀ ਵਹੀਕਲ। ਤੇ ਮੀਨ ਵੀ ਇਹ ਵਾਲਾ ਜਿਹੜਾ ਸੈਕਟ ਆ, ਉਹ ਇੱਕ ਵਹੀਕਲ ਆ ਤੁਹਾਡਾ। ਇੱਕ ਕੀ ਕਹਿ ਦੋ ਵਹੀਕਲ ਨੂੰ ਕੀ ਕਹਿੰਦੇ ਪੰਜਾਬੀ ਵਿੱਚ? ਤੁਹਾਡਾ ਕੋਈ ਸਾਧਨ ਆ ਟਰਾਂਸਪੋਰਟੇਸ਼ਨ ਵਾਲਾ, ਜਿਹਦੇ ਥਰੂ ਕੋਈ ਖਾਸ ਵਿਚਾਰ ਅੱਗੇ ਫੈਲਦਾ ਆ। ਠੀਕ। ਤੇ ਵਾਹਨ ਮਤਲਬ ਵਾਹਨ। ਮਹਾਯਾਨ ਬਾਅਦ ਵਿੱਚ ਹੋਂਦ ਵਿੱਚ ਆਇਆ। ਤਾਂ ਜਿਹੜਾ ਪਹਿਲਾਂ ਵਾਲਾ ਸੀ ਉਹ ਸੀ ਹੀਨਯਾਨ। ਬੁੱਧ ਦੁਆਰਾ ਪ੍ਰਚਾਰਿਆ ਅਤੇ ਅਸ਼ੋਕ ਦੁਆਰਾ ਪ੍ਰਚਾਰਿਆ ਗਿਆ ਬੁੱਧ ਧਰਮ ਹੀਨਯਾਨ ਵਜੋਂ ਜਾਣਿਆ ਜਾਂਦਾ ਸੀ। ਮਹਾਯਾਨ ਵਿੱਚ ਕੀ ਸੀਗਾ ਕਿ ਹੁਣ ਬੁੱਧ ਧਰਮ ਦੇ ਚਿੰਨ੍ਹਾਂ ਦੀ ਪੂਜਾ ਹੋਣ ਲੱਗ ਗਈ, ਬੁੱਧ ਧਰਮ ਦੀ ਮੂਰਤੀਆਂ ਨੂੰ ਵੀ ਪੂਜਿਆ ਜਾਣ ਲੱਗਾ। ਇਸ ਤਰ੍ਹਾਂ ਦੀਆਂ ਗੱਲਾਂ ਆ ਗਈਆਂ ਹੁਣ, ਤੇ ਉਹ ਸੀ ਮਹਾਯਾਨ ਧਰਮ। ਬੋਧੀ ਗ੍ਰੰਥਾਂ ਨੂੰ ਬੁੱਧ ਦੀ ਮੌਤ ਤੋਂ ਤਕਰੀਬਨ 500 ਸਾਲ ਬਾਅਦ ਇਕੱਠਾ ਕੀਤਾ ਗਿਆ। ਜੋ ਬੁੱਧ ਦੀਆਂ ਟੀਚਿੰਗ ਸੀ, ਜੋ ਗ੍ਰੰਥ ਸੀਗੇ, ਜੋ ਲਿਖਤਾਂ ਸੀਗੀਆਂ, ਉਹਨਾਂ ਸਾਰਿਆਂ ਨੂੰ ਇਕੱਠਾ ਕੀਤਾ ਗਿਆ ਤਕਰੀਬਨ 500 ਸਾਲਾਂ ਬਾਅਦ। ਬੁੱਧ ਦੀ ਮੌਤ ਤੋਂ 500 ਸਾਲਾਂ ਬਾਅਦ ਲਗਭਗ ਇਕੱਠਾ ਕੀਤਾ ਗਿਆ ਅਤੇ ਸੰਕਲਿਤ ਕੀਤਾ ਗਿਆ, ਕੰਪਾਈਲ ਕੀਤਾ ਗਿਆ ਸਾਰਾ ਲਿਟਰੇਚਰ।
ਉਹ ਤ੍ਰਿਪਿਟਕਾ ਅਰਥਾਤ ਸੂਤ ਪਿਟਕਾ, ਬਿਨੇ ਪਿਟਕਾ ਅਤੇ ਅਭਿਧਮ ਪਿਟਕਾ ਵਜੋਂ ਜਾਣੇ ਜਾਂਦੇ ਹਨ। ਇਹ ਜਿਹੜਾ ਸਾਰਾ ਲਿਟਰੇਚਰ ਕੰਪਾਈਲ ਕੀਤਾ ਗਿਆ, ਬੋਧੀ ਗ੍ਰੰਥ ਇਕੱਠੇ ਕੀਤੇ ਗਏ, ਸੰਕਲਿਤ ਕੀਤੇ ਗਏ, ਫਿਰ ਉਹ 3 ਗ੍ਰੰਥ ਬਣੇ ਜੀ। 3 ਆਪਣੀ ਕਿਤਾਬਾਂ ਬਣੀਆਂ ਤੇ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ? ਸੁੱਤ ਪਿਟਕਾ, ਬਿਨੇ ਪਿਟਕਾ ਤੇ ਅਭਿਧਮ ਪਿਟਕਾ। ਠੀਕ, ਅਭਿਧਮ ਪਿਟਕਾ, ਇਹ ਹੁਣ ਤੁਸੀਂ ਤਿੰਨਾਂ ਦਾ ਮਤਲਬ ਵੀ ਜਾਣਨਾ ਆ। ਸੂਤ ਪਿਟਕਾ ਹੋ ਗਏ ਜੀ ਤੁਹਾਡੇ ਜੋ ਧਰਮ ਦੇ ਟੀਚਿੰਗਸ ਆ, ਉਹਨੂੰ ਕਹਿੰਦੇ ਸੁੱਤ ਪਿਟਕਾ। ਬਿਨੇ ਪਿਟਕਾ ਹੋ ਗਏ ਜੀ ਜੋ ਰੂਲਸ ਆ, ਨਿਯਮ, ਉਹਨੂੰ ਕਹਿੰਦੇ ਬਿਨੇ ਪਿਟਕਾ। ਅਭਿਧਮ ਪਿਟਕਾ ਹੋ ਗਏ ਜੀ ਧਰਮ ਦੀ ਫਿਲਾਸਫੀ। ਅਭਿਧਮ ਪਿਟਕਾ ਧਰਮ ਦੀ ਫਿਲਾਸਫੀ, ਉਹਨਾਂ ਵਿੱਚ ਇਹ ਗੱਲਾਂ ਜ਼ਿਆਦੇ ਆ। ਇਹਨਾਂ ਪਿਟਕਾਂ ਦੀ ਭਾਸ਼ਾ ਕਿਹੜੀ ਸੀ? ਪਾਲੀ। ਪਾਲੀ ਉਸ ਸਮੇਂ ਦੀ ਲੋਕਾਂ ਦੀ ਭਾਸ਼ਾ ਸੀ। ਪਾਲੀ ਭਾਸ਼ਾ ਵਿੱਚ ਲਿਖੇ ਗਏ ਸਨ। ਭਾਰਤ ਵਿੱਚ ਬੁੱਧ ਧਰਮ ਦੇ ਪਤਨ ਦੇ ਕਾਰਨ, ਕਿਉਂ ਪਤਨ ਹੋ ਗਿਆ ਭਾਰਤ ਵਿੱਚ ਬੁੱਧ ਧਰਮ, ਇਹਨਾਂ ਦੇ ਪਤਨ ਦੇ ਕੀ ਕਾਰਨ ਸਨ? ਦੇਖੋ, ਇਹ ਪ੍ਰਸ਼ਨ ਆਇਆ ਹੋਇਆ UPSC ਵਿੱਚ ਵੀ ਕੀ ਕਾਰਨ ਸੀ ਕਿ ਭਾਰਤ ਵਿੱਚ ਬੁੱਧ ਧਰਮ ਦਾ ਪਤਨ ਹੋਇਆ। ਆਬਵੀਅਸ ਜੀ ਗੱਲ ਹੈ ਕਿ ਕਾਰਨ ਇੱਕ ਨਹੀਂ ਹੁੰਦੇ, ਕਾਰਨ ਕਈ ਆ। ਇੱਕ ਤਾਂ ਜੀ ਬੁੱਧਿਸਟ ਸਕੋਲਰ ਇਹ ਕਹਿੰਦੇ ਆ ਕਿ ਜਿਹੜਾ ਆਪਣਾ ਮੌਰਿਅਨ ਦੇ ਪਤਨ ਤੋਂ ਬਾਅਦ ਐਕਚੁਅਲੀ ਜਿਹੜਾ ਆਖਰੀ ਮੌਰਿਆ ਰਾਜਾ ਸੀ ਨਾ, ਬ੍ਰਿਹਾਦਰਥ, ਉਹਦੇ ਹੀ ਸੈਨਾਪਤੀ ਪੁਸ਼ੀਮਿਤਰ ਸੁੰਗ, ਉਹਨੂੰ ਮਾਰ ਦਿੱਤਾ ਸੀ ਤੇ ਆਪ ਰਾਜਾ ਬਣ ਗਿਆ ਸੀ ਪੁਸ਼ੀਮਿਤਰ ਸੁੰਗ, ਤੇ ਸੁੰਗ ਡਾਇਨੈਸਟੀ ਆ ਗਈ। ਮੌਰਿਅਨ ਤੋਂ ਬਾਅਦ ਸੁੰਗ ਡਾਇਨੈਸਟੀ ਆ ਗਈ ਤੇ ਪੁਸ਼ੀਮਿਤਰੀ ਸੁੰਗ ਬ੍ਰਾਹਮਣ ਸੀ। ਤੇ ਉਸਨੇ ਕੀ ਕੀਤਾ ਫਿਰ, ਹੁਣ ਪਹਿਲਾਂ ਬੁੱਧ ਧਰਮ ਨੂੰ ਸਰਪ੍ਰਸਤੀ ਹਾਸਲ ਸੀ, ਹੁਣ ਪੁਸ਼ੀਮਿਤਰ ਸੁੰਗ ਖੁਦ ਬ੍ਰਾਹਮਣ ਸੀ ਤੇ ਉਸਨੇ ਨਾ ਕਹਿੰਦੇ ਆ ਕਿ ਬੁੱਧ ਧਰਮ ਦੇ ਕਾਫੀ ਜਿਹੜੇ ਆਪਣੇ ਪ੍ਰਧਾਨ ਵਗੈਰਾ ਸੀ ਉਹਨਾਂ ਦਾ ਪ੍ਰੋਸੀਕਿਊਸ਼ਨ ਕੀਤਾ। ਬੁੱਧ ਧਰਮ, ਦੇਖੋ ਬੁੱਧ ਲਿਟਰੇਚਰ ਜਾਂ ਬੁੱਧ ਇਹ ਕਹਿੰਦੇ ਆ, ਬੁੱਧ ਧਰਮ ਦੇ ਅਨੁਆਈ, ਕਿ ਪੁਸ਼ੀਮਿਤਰ ਸਿੰਘ ਵਾਜ਼ ਪ੍ਰੋਸੀਕਿਊਟਰ ਆਫ ਬੁੱਧਿਸਟ, ਵੀ ਇਸਨੇ ਕਾਫੀ ਬੋਧੀਆਂ ਦਾ ਨਰਸੰਹਾਰ ਕੀਤਾ ਸੀ। ਤੇ ਉਸਨੇ ਫਿਰ ਅਸ਼ਵਮੇਧ ਯੱਗ ਵੀ ਕਰਵਾਇਆ, ਮਤਲਬ ਬ੍ਰਾਹਮਣਿਜ਼ਮ ਦਾ ਫਿਰ ਰਿਵਾਈਵਲ ਕਰਵਾਇਆ ਪੁਸ਼ੀਮਿਤਰ ਸੁੰਗ ਨੇ। ਤਾਂ ਉਸ ਦੇ ਉੱਤੇ ਵੀ ਕਾਫੀ ਆਰੋਪ ਲੱਗਦੇ ਆ ਵੀ ਇਹਦੇ ਕਾਰਨ ਬੁੱਧਿਜ਼ਮ ਪਤਨ ਵੱਲ ਗਿਆ। ਕੁਝ ਹੋਰ ਕਾਰਨ ਪੜ੍ਹ ਲੈਂਦੇ ਆ। ਬ੍ਰਾਹਮਣਵਾਦ ਦੀ ਪੁਨਰ ਸੁਜੀਤੀ, ਹੁਣ ਫਿਰ ਬ੍ਰਾਹਮਣਵਾਦ ਆ ਗਿਆ ਸੀ, ਰਾਈਜ਼ ਹੋ ਰਿਹਾ ਸੀ, ਅਸੀਂ ਗੱਲ ਪੜ੍ਹ ਲਈ ਪੁਸ਼ੀਮਿਤਰ ਸੁੰਗ ਵਾਲੀ। ਤੇ ਭਗਵਤਵਾਦ ਦੇ ਉਭਾਰ ਨੇ ਬੁੱਧ ਧਰਮ ਦੀ ਪ੍ਰਸਿੱਧੀ ਤੇ ਪਤਨ ਦਾ ਮੇਨ ਕਾਰਨ ਬਣੇ। ਦੇਖੋ ਭਗਵਤਵਾਦ ਵਿੱਚ ਇਹ ਸੀਗਾ ਕਿ ਦੇਖੋ ਪਹਿਲਾਂ ਭਗਵਾਨ ਦੀਆਂ ਗੱਲਾਂ ਦੇ ਨਾਲ ਨਾਲ ਬਲੀਦਾਨ ਪ੍ਰਥਾਵਾਂ ਬਹੁਤ ਸੀ ਬੁੱਧ ਤੋਂ ਪਹਿਲਾਂ, ਪਰ ਹੁਣ ਕੀ ਆ ਕਿ ਆਮ ਜਨਤਾ ਨੂੰ ਵੀ ਭਗਵਾਨ ਦੀ ਲੋੜ ਸੀ, ਉਹ ਵੀ ਪੂਜਾ ਪਾਠ ਕਰਨਾ ਚਾਹੁੰਦੇ ਸੀ। ਤੇ ਭਗਵਤਵਾਦ ਵਿੱਚ ਕੀ ਸੀਗਾ ਕਿ ਧਰਮ ਦੀ, ਭਗਵਾਨ ਦੀ ਹੋਂਦ ਨੂੰ ਨਕਾਰਿਆ ਨਹੀਂ ਗਿਆ ਸੀ, ਸਗੋਂ ਹਾਂ ਪਖੰਡਾਂ ਨੂੰ ਸਾਈਡ ਤੇ ਕੀਤਾ ਗਿਆ। ਪਖੰਡਾਂ ਨੂੰ, ਬਲੀਦਾਨਾਂ ਨੂੰ, ਕਰਮਕਾਂਡਾਂ ਨੂੰ, ਫੋਕੇ ਕਰਮਕਾਂਡਾਂ ਨੂੰ, ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਹਨਾਂ ਨੂੰ ਕਿਹਾ ਵੀ ਨਹੀਂ, ਇਹ ਇੰਪੋਰਟੈਂਸ ਨਹੀਂ, ਸਿੱਧਾ ਅਸੀਂ ਆਪਣਾ ਰੱਬ ਕਿਹੜਾ, ਇਨ ਦਾ ਫਾਰਮ ਆਫ ਵਿਸ਼ਨੂੰ ਦੇ ਫਾਰਮ ਵਿੱਚ, ਕ੍ਰਿਸ਼ਨ ਦੇ ਫਾਰਮ ਵਿੱਚ ਭਗਵਾਨ ਦੀ ਪੂਜਾ ਕਰਨੀ ਆ। ਇਹ ਦੂਸਰੀ, ਤੀਸਰੀ ਜਾਂ ਚੌਥੀ ਸ਼ਤਾਬਦੀ ਦੇ ਕਰੀਬ ਇਹ ਗੱਲਾਂ ਜ਼ਿਆਦਾ ਵਾਰ ਹੋਈਆਂ। ਭਗਵਤਵਾਦ ਮਤਲਬ ਉਸ ਨਾਰਾਇਣ ਦੇ ਰੂਪ ਵਿੱਚ, ਉਸ ਵਿਸ਼ਨੂੰ ਦੇ ਰੂਪ ਵਿੱਚ ਭਗਵਾਨ ਦੀ ਪੂਜਾ ਕਰਨੀ ਆ, ਤੇ ਫੋਕੇ ਕਿਰਿਆ ਕਰਮ ਵੱਲ ਘੱਟ। ਤਾਂ ਫਿਰ ਆਬਵੀਅਸ ਜੀ ਗੱਲ ਆ ਕਿ ਜਨਤਾ ਨੇ ਫਿਰ ਇੰਨਾ ਵਿਰੋਧ ਨਹੀਂ ਕੀਤਾ ਇਹ ਗੱਲ ਦਾ। ਉਹ ਕਹਿੰਦੇ ਠੀਕ ਆ, ਅਸੀਂ ਆਪਣੀ ਧਾਰਮਿਕ ਭਾਵਨਾ ਵਿਅਕਤ ਕਰਨੀ ਆ, ਅਸੀਂ ਆਪਣੇ ਇਸ਼ਟ ਪ੍ਰਤੀ ਕਰਦੇ ਹਾਂ। ਤੇ ਇਹਦਾ ਕਾਫੀ ਉਭਾਰ ਆਇਆ ਜੀ, ਰਾਈਜ਼ ਹੋਇਆ ਭਗਵਤਵਾਦ ਦਾ। ਤੇ ਭਗਵਤ ਗੀਤਾ ਤੋਂ ਕਹਿ ਲਈਏ ਆਪਾਂ, ਭਗਵਤਵਾਦ, ਤੇ ਹੁਣ ਭਗਵਾਨ ਦੇ ਰੂਪ ਵਿਸ਼ਨੂੰ ਜਾਂ ਕ੍ਰਿਸ਼ਨ, ਉਹਨੂੰ ਪੂਜਣ ਲੱਗ ਗਏ। ਇਹ ਵੀ ਰਾਈਜ਼ ਹੋਏ ਸੀ, ਤਾਂ ਫਿਰ ਕਾਫੀ ਲੋਕ ਇੱਧਰ ਵੀ ਆ ਗਏ। ਪਹਿਲੀ ਸਦੀ ਈਸਵੀ ਤੋਂ ਬੁੱਧ ਧਰਮ ਦੀ ਭਾਸ਼ਾ ਵਜੋਂ ਜਨਤਾ ਦੀ ਭਾਸ਼ਾ ਪਾਲੀ ਦੀ ਵਰਤੋਂ ਛੱਡ ਦਿੱਤੀ ਗਈ ਸੀ। ਹੁਣ ਕੀ ਆ ਕਿ ਬੋਧੀ ਜਿਹੜੇ ਸੀ ਨਾ, ਬੋਧੀ ਮੌਂਕ ਸੀ, ਉਹ ਵੀ ਆਪਣੇ ਆਪ ਨੂੰ ਸਕੋਲਰ ਦੱਸਣ ਲੱਗ ਗਏ। ਉਹਨਾਂ ਨੇ ਵੀ ਨਾ ਆਪਣੀ ਜਿਹੜੀ ਨੈਚੁਰੈਲਿਟੀ ਆ ਉਹਨੂੰ ਘੱਟ ਕੀਤਾ, ਤੇ ਪਾਲੀ ਵਿੱਚ ਘੱਟ ਗੱਲ ਕਰਦੇ ਸੀਗੇ ਤੇ ਸੰਸਕ੍ਰਿਤ ਵਿੱਚ ਜ਼ਿਆਦਾ ਗੱਲਾਂ ਕਰਨ ਲੱਗ ਗਏ ਆਪਣੇ ਆਪ ਨੂੰ ਸਕੋਲਰ ਦੱਸਣ ਲਈ। ਤਾਂ ਕਹਿੰਦੇ ਹੁਣ ਸੰਸਕ੍ਰਿਤ ਆਮ ਜਨਤਾ ਨੂੰ ਕਿੱਥੇ ਸਮਝ ਲੱਗਣੀ ਸੀ, ਤਾਂ ਇਸ ਕਰਕੇ ਵੀ ਕੀ ਆ, ਆਮ ਜਨਤਾ ਨਾਲੋਂ ਇਹਨਾਂ ਦਾ ਲਿੰਕ ਟੁੱਟ ਗਿਆ। ਬੋਧੀਆਂ ਨੇ ਸੰਸਕ੍ਰਿਤ ਕੁਲੀਨ ਲੋਕਾਂ ਦੀ ਭਾਸ਼ਾ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਸੀ। ਕੁਲੀਨ ਮਤਲਬ
ਅਮੀਰ ਲੋਕ, ਸਮਾਜ ਦੇ ਅਲੀਟ ਵਰਗ ਦੇ ਲੋਕ। ਇਹ ਗੱਲ ਹੋ ਗਈ। ਮਹਾਯਾਨ ਬੁੱਧ ਧਰਮ ਦੇ ਜਨਮ ਤੋਂ ਬਾਅਦ ਹੁਣ ਕੀ ਆ, ਮਹਾਯਾਨ ਬੁੱਧ ਧਰਮ ਆ ਗਿਆ ਸੀ। ਮੂਰਤੀ ਪੂਜਾ ਅਤੇ ਭੇਟ ਚੜਾਉਣ ਦੀ ਪ੍ਰਥਾ ਨੇ ਨੈਤਿਕ ਮਿਆਰਾਂ ਨੂੰ ਵਿਗਾੜ ਦਿੱਤਾ। ਹੁਣ ਬੁੱਧੀਜ਼ਮ ਵਿੱਚ ਵੀ ਕੀ, ਉਹੀ ਮੂਰਤੀ ਪੂਜਾ, ਉਹੀ ਰਿਚੁਅਲ ਵਗੈਰਾ ਆ ਗਏ ਵੀ ਭੇਟਾਂ ਚੜਾਓ ਜੀ ਬੁੱਧ ਦੀ ਮੂਰਤੀ ਨੂੰ, ਕੁਛ ਨਾ ਕੁਛ ਦਾਨ ਕਰੋ, ਇਸ ਮੂਰਤੀ ਦੀ ਪੂਜਾ ਕਰੋ। ਹੁਣ ਕੀ ਹੈ, ਜਨਤਾ ਇਹੀ ਰਿਚੁਅਲਸ ਵਿੱਚ ਜ਼ਿਆਦਾ ਹੋ ਗਈ ਤੇ ਨੈਤਿਕਤਾ ਉੱਤੇ ਘੱਟ ਫੋਕਸ ਹੋਣ ਲੱਗ ਗਿਆ। ਅੱਛਾ ਜੀ। ਇਸ ਤੋਂ ਇਲਾਵਾ 5ਵੀਂ ਅਤੇ 6ਵੀਂ ਸਦੀ ਵਿੱਚ ਹੂਨਾਂ ਦੇ ਹਮਲੇ, ਹੁਣ ਨਾਰਥ ਵੈਸਟ ਤੋਂ ਕਾਫੀ ਨਾ ਹਮਲੇ ਹੋ ਰਹੇ ਸੀ। ਹੂਨ ਨੇ ਹਮਲਾ ਕੀਤਾ, ਹੋਰਾਂ ਕਈਆਂ ਨੇ ਹਮਲੇ ਕੀਤੇ। ਅਤੇ 12ਵੀਂ ਸਦੀ ਵਿੱਚ ਤੁਰਕੀ ਹਮਲਾਵਰਾਂ ਨੇ, ਇਹਨਾਂ ਨੇ ਕੀ ਕੀਤਾ, ਮੱਠਾਂ ਨੂੰ ਤਬਾਹ ਕਰ ਦਿੱਤਾ। ਜਿਹੜੇ ਮੱਠ ਸੀ, ਜਿਹੜੇ ਬੋਧੀਆਂ ਦੇ ਮੱਠ ਸੀ ਨਾ, ਜਿੱਥੇ ਉਹਨਾਂ ਦਾ ਆਪਣੀ ਜਗ੍ਹਾ ਹੋ ਸੀਗੀ, ਉਹ ਉਹਨਾਂ ਦੇ ਧਾਰਮਿਕ ਸਥਾਨ, ਉਹਨੂੰ ਤਬਾਹ ਕਰ ਦਿੱਤਾ। ਇਹ ਵੀ ਇੱਕ ਕਾਰਨ ਆ। ਇਹਨਾਂ ਸਾਰੇ ਕਾਰਨਾਂ ਕਰਕੇ ਜਾਂ ਕਾਰਕਾਂ ਕਰਕੇ ਭਾਰਤ ਵਿੱਚ ਬੁੱਧ ਧਰਮ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ। ਬੁੱਧ ਧਰਮ, ਇਹ ਸਾਰੇ ਕਾਰਨ ਬੁੱਧ ਧਰਮ ਦੇ ਪਤਨ ਵਿੱਚ ਯੋਗਦਾਨ ਪਾਉਂਦੇ ਹਨ। ਫਿਰ ਅਸੀਂ ਦੇਖਦੇ ਹਾਂ ਕਿ ਬੁੱਧ ਕਾਫੀ ਘੱਟ ਰਹਿ ਗਏ ਸੀ। ਫਿਰ ਆਜ਼ਾਦੀ ਤੋਂ ਬਾਅਦ ਡਾਕਟਰ ਅੰਬੇਦਕਰ ਦੀ ਅਗਵਾਈ ਵਿੱਚ ਕਾਫੀ ਲੋਕ ਬੁੱਧ ਬਣੇ, ਖਾਸ ਤੌਰ ਤੇ ਦਲਿਤ ਸਮੁਦਾਇ ਦੇ ਲੋਕ। ਤੇ ਇਹ ਹੁਣ ਕੀ ਹੈ, ਅੱਜ ਦੇ ਨਿਊ ਬੁੱਧਿਸਟ ਆ। ਫਿਰ ਹੁਣ ਬੁੱਧ ਧਰਮ ਦੇ ਲੋਕ ਕਾਫੀ ਫਿਰ ਵਧੇ ਹੁਣ ਆਜ਼ਾਦੀ ਤੋਂ ਬਾਅਦ। ਅੱਗੇ ਦੇਖਦੇ ਹਾਂ ਜੀ, ਭਾਰਤੀ ਸੱਭਿਆਚਾਰ ਵਿੱਚ ਬੁੱਧ ਧਰਮ ਦਾ ਯੋਗਦਾਨ। ਹੁਣ ਅਸੀਂ ਕਲਚਰਲ ਐਸਪੈਕਟ ਤੋਂ ਗੱਲ ਕਰਾਂਗੇ। ਇਹ ਸਬਜੈਕਟਿਵ ਪ੍ਰਸ਼ਨ ਆ ਸਕਦਾ ਕਿ ਭਾਰਤੀ ਸੱਭਿਆਚਾਰ ਵਿੱਚ ਬੁੱਧ ਧਰਮ ਨੇ ਕੀ ਕੀ ਯੋਗਦਾਨ ਪਾਇਆ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਸ ਵਿੱਚ ਕੀ ਕੀ ਗੱਲਾਂ ਲਿਖਣੀਆਂ। ਸਾਡੀ ਸੰਸਕ੍ਰਿਤੀ ਦੇ ਵਿੱਚ ਵਿਕਾਸ ਕੀਤਾ, ਹਨਾ, ਅਹਿੰਸਾ ਦਾ ਕੰਸੈਪਟ ਲੈ ਕੇ ਆਏ, ਤੇ ਹੋਰ ਵੀ ਕਈ ਜਿਹੜੀਆਂ ਵੈਲਿਊਜ਼ ਦਿੱਤੀਆਂ, ਕਰੁਣਾ ਦੀ ਵੈਲਿਊ, ਕੰਪੈਸ਼ਨ, ਆਪਸੀ ਪ੍ਰੇਮ ਭਾਵ, ਇਹ ਸਾਰੀਆਂ ਗੱਲਾਂ ਤੁਸੀਂ ਲਿਖਣੀਆਂ ਆ। ਐਜੂਕੇਸ਼ਨ ਦਾ ਪੱਖ ਵੀ ਲਿਖਣਾ ਆ ਕਿ ਯੂਨੀਵਰਸਿਟੀਆਂ ਸਥਾਪਿਤ ਹੋਈਆਂ, ਪੜ੍ਹ ਲੈਂਦੇ ਪਹਿਲਾਂ ਆਪਾਂ। ਬੁੱਧ ਧਰਮ ਨੇ ਭਾਰਤੀ ਸੰਸਕ੍ਰਿਤੀ ਦੇ ਵਿਕਾਸ ਵਿੱਚ ਬਹੁਤ ਹੀ ਜ਼ਿਕਰਯੋਗ ਯੋਗਦਾਨ ਪਾਇਆ ਹੈ। ਅਹਿੰਸਾ ਦੀ ਧਾਰਨਾ ਇਸ ਦਾ ਮੁੱਖ ਯੋਗਦਾਨ ਹੈ। ਕਨਸੈਪਟ ਆਫ ਨਾਨ ਵਾਇਲੈਂਸ, ਅਹਿੰਸਾ ਦੀ ਧਾਰਨਾ। ਬਾਅਦ ਵਿੱਚ ਇਹ ਸਾਡੇ ਰਾਸ਼ਟਰ ਦੇ ਖਾਸ ਮੁੱਲਾਂ ਵਿੱਚੋਂ ਇੱਕ ਬਣ ਗਿਆ। ਨਾਨ ਵਾਇਲੈਂਸ ਸਾਡੇ ਦੇਸ਼ ਦਾ ਇੱਕ ਖਾਸ ਮੁੱਲ ਆ ਜੀ, ਜਿਹਦੀ ਅਸੀਂ ਕਾਫੀ ਵੈਲਿਊ ਕਰਦੇ ਹਾਂ, ਨਾਨ ਵਾਇਲੈਂਸ। ਠੀਕ। ਭਾਰਤ ਦੀ ਕਲਾ ਅਤੇ ਆਰਕੀਟੈਕਚਰ, ਆਰਟ ਐਂਡ ਆਰਕੀਟੈਕਚਰ ਵਿੱਚ ਇਸ ਦਾ ਯੋਗਦਾਨ ਕਾਫੀ ਜ਼ਿਕਰਯੋਗ ਹੈ। ਸਤੂਪ ਬਣਾਏ ਜੀ, ਸਤੂਪ ਬੜਾ ਇੰਪੋਰਟੈਂਟ ਕਨਸੈਪਟ ਆ। ਤੁਹਾਨੂੰ ਪਤਾ ਕਿ ਤਥਾਗਤ ਬੁੱਧ ਦੇ ਜੀਵਨ ਨਾਲ ਸੰਬੰਧਿਤ ਜੋ ਵਸਤੂਆਂ ਸੀਗੀਆਂ, ਹਨਾ, ਉਹਨਾਂ ਦੀਆਂ, ਚਾਹੇ ਆਪਾਂ ਕਹਿ ਲਈਏ ਕਿ ਉਹਨਾਂ ਦੀ ਸੰਸਕਾਰ ਤੋਂ ਬਾਅਦ ਰਾਖ ਜਾਂ ਹੋਰ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਜੋ ਵਸਤੂਆਂ ਸੀ, ਉਹਨਾਂ ਉੱਤੇ ਸਤੂਪ ਬਣ ਗਏ। ਪੜ੍ਹਾਂਗੇ ਅਸੀਂ ਅੱਗੇ ਸਤੂਪ ਵਗੈਰਾ ਬਾਰੇ ਵੀ। ਤੇ ਸਾਂਚੀ ਸਤੂਪ, ਬਰਹੂਤ ਸਤੂਪ, ਗਿਆ ਵਿੱਚ ਸਤੂਪ ਆ। ਇਹ ਕੀ ਆ, ਆਰਕੀਟੈਕਚਰ ਦੇ ਸ਼ਾਨਦਾਰ ਨਮੂਨੇ ਆ। ਆਰਕੀਟੈਕਚਰ ਕਲਾ ਦੇ ਵਿੱਚ ਇਹ ਗੱਲ ਆ ਗਈ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਚੈਤਿਆ ਅਤੇ ਵਿਹਾਰਾਂ ਦਾ ਸਿਹਰਾ ਵੀ ਬੁੱਧ ਧਰਮ ਤੇ ਹੀ ਜਾਂਦਾ ਹੈ। ਚੈਤਿਆ ਅਤੇ ਵਿਹਾਰ ਜਿੱਥੇ ਦੀ ਬੋਧੀ ਜਾਂ ਭਿਕਸ਼ੂ ਲੋਕ ਇਕੱਠੇ ਹੁੰਦੇ ਸੀ, ਇਕੱਠੇ ਰਹਿੰਦੇ ਸੀ ਪਹਾੜਾਂ ਦੇ ਵਿੱਚ, ਗੁਫਾਵਾਂ ਵਗੈਰਾ ਬਣਾ ਕੇ। ਇਹਨਾਂ ਦਾ ਨਿਵਾਸ ਸਥਾਨ ਸੀ ਜਿਹੜਾ, ਉਹਨੂੰ ਕਿਹਾ ਜਾਂਦਾ ਸੀ ਵਿਹਾਰ। ਤੇ ਅਜਿਹਾ ਨਿਵਾਸ ਸਥਾਨ ਜਿੱਥੇ ਉਹ ਪੂਜਾ ਕਰਦੇ ਸੀ, ਉਹਨੂੰ ਕਹਿੰਦੇ ਜੀ ਚੈਤਿਆ। ਚੈਤਿਆ ਤੇ ਵਿਹਾਰ ਵਿੱਚ ਇੱਕ ਖਾਸ ਫਰਕ ਹੈ। ਇਹ ਜਗ੍ਹਾ ਜਿੱਥੇ ਕਿ ਮੌਂਕ ਰਹਿੰਦੇ ਸੀ, ਭਿਕਸ਼ੂ ਰਹਿੰਦੇ ਸੀ। ਵਿਹਾਰ ਵਿੱਚ ਵੈਸੇ ਉਹ ਸਟੇ ਕਰਦੇ ਸੀ, ਰਹਿੰਦੇ ਸੀ, ਫਿਰ ਅੱਗੇ ਚੱਲ ਜਾਂਦੇ ਸੀ। ਕੁਛ ਟਾਈਮ ਇੱਕ ਜਗ੍ਹਾ ਰਹੇ, ਫਿਰ ਕੁਛ ਟਾਈਮ ਇੱਕ ਜਗ੍ਹਾ ਰਹੇ। ਤਾਂ ਇਹ ਜਿਹੜੇ ਇਹਨਾਂ ਦੇ ਨਿਵਾਸ ਸਥਾਨ ਸੀ ਨਾ, ਉਹਨਾਂ ਨੂੰ ਕਿਹਾ ਜਾਂਦਾ ਸੀ ਵਿਹਾਰ। ਖਾਸ ਤੌਰ ਤੇ ਇਹ ਪਹਾੜਾਂ ਵਿੱਚ ਸੁਰੰਗਾਂ ਵਗੈਰਾ ਬਣਾ ਕੇ ਇਸ ਤਰ੍ਹਾਂ ਦੇ ਨਿਵਾਸ ਸਥਾਨ ਬਣਾਏ ਜਾਂਦੇ ਸੀ। ਪਰ ਜਿੱਥੇ ਇਹ ਪੂਜਾ ਵਗੈਰਾ ਕਰਦੇ ਸੀ ਨਾ, ਅਜਿਹੇ ਨਿਵਾਸ ਸਥਾਨ ਜਿੱਥੇ ਪੂਜਾ ਵੀ ਕਰਦੇ ਸੀ, ਉਹਨੂੰ ਕਹਿੰਦੇ ਚੈਤਿਆ। ਚੈਤਿਆ ਦੇ ਵਿਹਾਰ ਵਿੱਚ ਇਹ ਫਰਕ ਆ। ਬਾਕੀ ਰੈਜ਼ੀਡੈਂਸ਼ੀਅਲ ਯੂਨੀਵਰਸਿਟੀਆਂ, ਰਿਹਾਇਸ਼ੀ ਯੂਨੀਵਰਸਿਟੀਆਂ ਰਾਹੀਂ ਇਹਨਾਂ ਨੇ ਸਿੱਖਿਆ ਨੂੰ ਕਾਫੀ ਉਤਸ਼ਾਹਿਤ ਕੀਤਾ। ਠੀਕ। ਬੋਧੀਆਂ ਤੋਂ ਬਾਅਦ ਕਾਫੀ ਇੱਦਾਂ ਸਿੱਖਿਆ ਦੇ ਕੇਂਦਰ ਬਣੇ, ਜਿਹੜੇ ਇਹ ਤਾਂ ਗੱਲ ਓਬਵੀਅਸ ਆ ਕਿ ਕਿਸੇ ਨਾ ਕਿਸੇ ਰਾਜੇ ਮਹਾਰਾਜੇ ਨੇ ਡੋਨੇਸ਼ਨ ਦਿੱਤੀ ਹੋਏਗੀ। ਪਰ ਇਹਨਾਂ ਦੇ ਜਿਹੜੇ ਸਿੱਖਿਆ ਦੇ ਸੈਂਟਰ ਸੀ, ਮਤਲਬ ਇੱਕ ਹਿਸਾਬ ਦੀਆਂ ਉਸ ਸਮੇਂ ਦੀਆਂ ਯੂਨੀਵਰਸਿਟੀਆਂ, ਉਹਨਾਂ ਦਾ ਕਾਫੀ ਨਿਰਮਾਣ ਹੋਇਆ। ਵਰਲਡ ਲੈਵਲ 'ਤੇ ਪ੍ਰਸਿੱਧ ਯੂਨੀਵਰਸਿਟੀਆਂ ਸੀਗੀਆਂ ਜਿੱਥੇ ਗਿਆਨ ਦਾ ਪ੍ਰਸਾਰ ਹੁੰਦਾ ਸੀ। ਉਹਦਾ ਸਿਹਰਾ ਵੀ ਬੁੱਧ ਧਰਮ ਨੂੰ ਜਾਂਦਾ।
ਜਿੱਦਾਂ ਤਕਸਲਾ ਯੂਨੀਵਰਸਿਟੀ ਹੋ ਗਈ, ਕਿੱਥੇ ਆ ਇਹ? ਅੱਜ ਦੇ ਪਾਕਿਸਤਾਨ ਵਿੱਚ ਇਹ ਜਗ੍ਹਾ ਸੀ ਤਕਸਲਾ। ਤੇ ਨਾਲੰਦਾ ਤੇ ਬਿਕਰਮਸ਼ਿਲਾ ਯੂਨੀਵਰਸਿਟੀਆਂ ਬਿਹਾਰ ਸਾਈਡ, ਇਹ ਯੂਨੀਵਰਸਿਟੀਆਂ ਖਾਸ ਤੌਰ ਤੇ ਬੁੱਧ ਧਰਮ ਦੀ ਸਿੱਖਿਆਵਾਂ ਦਾ ਮੇਨ ਕੇਂਦਰ ਸੀ। ਬੁੱਧ ਧਰਮ ਬਾਰੇ ਕਾਫੀ ਸਟੱਡੀ ਹੁੰਦੀ ਸੀ, ਦੂਸਰੇ ਧਰਮਾਂ ਦੀ ਵੀ ਸਟੱਡੀ ਹੁੰਦੀ ਸੀ, ਪਰ ਮੇਨ ਕੀ ਆ, ਬੁੱਧ ਧਰਮ ਦੇ ਉੱਤੇ ਫੋਕਸ ਸੀ ਇਹ ਯੂਨੀਵਰਸਿਟੀਆਂ। ਬੁੱਧ ਧਰਮ ਦੀਆਂ ਸਿੱਖਿਆਵਾਂ ਰਾਹੀਂ ਪਾਲੀ ਅਤੇ ਹੋਰ ਸਥਾਨਕ ਭਾਸ਼ਾਵਾਂ ਦਾ ਵੀ ਵਿਕਾਸ ਹੋਇਆ, ਕਿਉਂਕਿ ਇਹ ਸਾਰਾ ਪ੍ਰਚਾਰ ਜਿਹੜਾ ਇਹਨਾਂ ਦੀ ਸਿੱਖਿਆਵਾਂ ਦਾ ਪ੍ਰਚਾਰ ਲੋਕਲ ਲੈਂਗੁਏਜ ਵਿੱਚ ਸੀ, ਹਨਾ, ਉਸ ਸਥਾਨਾਂ ਦੀ ਭਾਸ਼ਾਵਾਂ ਵਿੱਚ ਸੀ। ਤਾਂ ਇਸ ਕਰਕੇ ਬੁੱਧ ਧਰਮ ਦੇ ਕਰਕੇ ਲੋਕਲ ਲੈਂਗੁਏਜ ਦਾ ਵੀ ਕਾਫੀ ਪ੍ਰਸਾਰ ਹੋਇਆ, ਵਿਕਾਸ ਹੋਇਆ, ਖਾਸ ਤੌਰ ਤੇ ਪਾਲੀ, ਕਿਉਂਕਿ ਇਹਨਾਂ ਦਾ ਲਿਟਰੇਚਰ ਕਿਹੜੀ ਭਾਸ਼ਾ 'ਚ ਮਿਲਦਾ ਹੈ? ਪਾਲੀ। ਤੇ ਹੋਰ ਸਥਾਨਕ ਭਾਸ਼ਾਵਾਂ, ਉਹਨਾਂ ਵਿੱਚ ਵੀ ਉਹਨਾਂ ਦਾ ਵੀ ਕਾਫੀ ਵਿਕਾਸ ਹੋਇਆ। ਇਸ ਨੇ ਭਾਰਤੀ ਸੰਸਕ੍ਰਿਤੀ ਨੂੰ ਹੋਰ ਦੇਸ਼ਾਂ, ਖਾਸ ਕਰਕੇ ਏਸ਼ੀਆ ਦੇ ਹੋਰ ਹਿੱਸਿਆਂ ਤੱਕ ਫੈਲਾਉਣ ਵਿੱਚ ਵੀ ਕਾਫੀ ਯੋਗਦਾਨ ਪਾਇਆ, ਕਿਉਂਕਿ ਬੁੱਧ ਧਰਮ ਸੈਂਟਰਲ ਏਸ਼ੀਆ, ਵੈਸਟਰਨ ਏਸ਼ੀਆ, ਸ਼੍ਰੀਲੰਕਾ ਇਹ ਏਰੀਏ ਵਿੱਚ ਫੈਲਿਆ। ਤੇ ਉੱਥੇ ਕੀ ਆ, ਨਾਲ ਹੀ ਫਿਰ ਸਾਡੀ ਸੰਸਕ੍ਰਿਤੀ, ਸਾਡਾ ਸੱਭਿਆਚਾਰ ਵੀ ਫੈਲਿਆ। ਇਹ ਕੀ ਸੀ ਇਹਨਾਂ ਦਾ ਯੋਗਦਾਨ। ਇਸੇ ਨਾਲ ਹੀ ਸਾਡਾ ਇਹ ਚੈਪਟਰ ਖਤਮ ਹੁੰਦਾ ਜੀ। ਅਗਲੇ ਕਲਾਸ ਵਿੱਚ ਨਵਾਂ ਚੈਪਟਰ ਲੈ ਕੇ ਆਵਾਂਗੇ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।